ਜਿਹੜੀ ਇਹਤਿਆਤੀ ਗੱਲਾਂ ਨੇ ਇਹਨੂੰ ਮੱਦੇ ਨਾ ਰੱਖੋਗੇ ਤੇ ਉਹ ਕਬੂਤਰਾਂ ਦੇ ਪਰ ਅਗਰ ਸਹੀ ਨਾ ਆਏ ਤੇ ਤੁਸੀਂ ਕਿਸੇ ਮੁਕਾਬਲੇ ਸ਼ਿਰਕਤ ਕਰਨ ਦੀ ਪੋਜੀਸ਼ਨ 'ਚ ਹੀ ਨਹੀਂ ਰਹਿ ਸਕਦੇ। ਸਹੀ ਬਾਤ ਹੈ। ਸਭ ਤੋਂ ਪਹਿਲੀ ਬਾਤ ਇਹ ਹੈ ਕਿ ਜਨਵਰੀ ਦੇ ਵਿੱਚ ਕਬੂਤਰਾਂ ਨੂੰ ਕੀੜੇ ਮਾਰ ਦਵਾਈ ਅੱਜ ਦਿੱਤੀ ਤਾਂ 8 ਦਿਨ ਬਾਅਦ ਫਿਰ ਦੇ ਲਓ, 2 ਦਫਾ ਰਿਪੀਟ ਕਰੋ ਕੀੜੇ ਮਾਰ ਦਵਾਈ, ਤਾਂ ਕਿ ਕਬੂਤਰ ਜਦੋਂ ਕੀੜੇ ਮਰ ਜਾਣਗੇ ਤੇ ਯਕੀਨੀ ਬਾਤ ਆ ਉਹ ਖੂਨ ਚੂਸਣ ਵਾਲੇ ਕੀੜੇ ਜਿਹੜੇ ਨੇ ਉਹ ਪਰਾਂ ਦੇ ਵਿੱਚ ਪਰ ਲਿਆਉਣ ਫਿਰ ਖਰਾਬੀ ਪੈਦਾ ਕਰਦੇ ਨੇ। ਇਸ ਵਾਸਤੇ ਕੀੜੇ ਮਾਰ ਦਵਾਈ ਜਾਂ ਕੋਈ ਵੈਕਸੀਨ ਜਿਹੜੀ ਲਾਉਣੀ ਰਾਣੀ ਖੇਤ ਦੀ ਜਾਂ ਐਂਟੀਗਲੋਨ ਲਾਉਣੀ ਜਿਹੜੀ ਵੀ ਲਾਉਂਦੇ ਹੋ ਉਹ ਤੁਸੀਂ 1 ਮਹੀਨਾ ਪਹਿਲਾਂ ਇਹ ਅਮਲ ਜਾਰੀ ਰੱਖੋ। ਜਿਹੜੀ ਪਟਾਈ ਹੈ ਕਬੂਤਰਾਂ ਦੀ ਇਹਦੇ ਵਿੱਚ ਬਹੁਤ ਜ਼ਰੂਰੀ ਬਾਤ ਇਹ ਆ ਕਿ ਪਟਾਈ ਤੋਂ ਪਹਿਲਾਂ ਕਟਾਈ, ਪਹਿਲਾਂ ਕਬੂਤਰਾਂ ਨੂੰ ਜਿਹਨਾਂ ਨੂੰ ਕੱਟ ਮਫਲੂਜ ਕਰਨਾ, ਪੱਟ ਕੇ ਕਬੂਤਰ ਛੱਡ ਦਿੰਦੇ ਹੋ ਤੇ ਕਬੂਤਰ ਪਰ ਮਾਰ ਮਾਰ ਕੇ ਮਤਲਬ ਜ਼ਖਮੀ ਕਰਦੇ ਆਪਣੇ ਆਪ ਨੂੰ, ਉਹਨੂੰ ਕਮ ਸੇ ਕਮ 15 ਦਿਨ ਪਹਿਲਾਂ ਹੀ ਕਬੂਤਰ ਨੂੰ ਕੱਟ ਕਰਕੇ ਉਹੋ ਹੀ ਮਾਹੌਲ ਦੇ ਦਿਓ ਜਿਹੜਾ ਪੱਟ ਕੇ ਦਿੰਦੇ ਹੋ, ਤਾਂ ਕਿ ਕਬੂਤਰ ਜੋ ਕੁਝ ਵੀ ਕਰਨਾ ਉਹ ਕੱਟਿਆਂ ਪਰਾਂ ਨਾ ਕਰ ਲਵੇ, ਉਹ 'ਚ ਨੁਕਸਾਨ ਕੋਈ ਨਹੀਂ ਹੁੰਦਾ। ਤੇ ਪੱਟਿਆਂ ਪਰਾਂ ਹੀ ਨੁਕਸਾਨ ਹੁੰਦਾ, ਕੱਟਿਆਂ ਨੁਕਸਾਨ ਨਹੀਂ ਹੁੰਦਾ। ਜਿਹੜੀ ਭਾਈਨਸ ਕਰਨੀ ਹੈ ਉਹਨੇ ਭੜਕਣਾ, ਉਹ ਕੱਟਿਆਂ ਪਰਾਂ ਨਾ ਭੜਕ ਲਵੇ। ਇੱਕ ਚੀਜ਼ ਅੱਛਾ, ਜਿਹੜੇ ਕੱਟਣ ਦਾ ਤਰੀਕਾ ਹੁੰਦਾ ਕਿ ਪਾਇਪ ਨੰਗੇ ਕਰੀਦੇ ਕਬੂਤਰ ਦੇ, ਯਾਨੀ ਇੰਨਾ ਕੱਟ ਕਰਨਾ ਚਾਹੀਦਾ ਕਬੂਤਰ ਨੂੰ ਕਿ ਕਬੂਤਰ ਦੇ ਜਿਹੜੇ ਮੋਟੇ ਪਾਇਪ ਆ ਥੱਲੜੇ ਅੱਖ ਦੇ ਜੜ ਦੇ ਕੋਲ ਇਹ ਨੰਗੇ ਹੋ ਜਾਣ, ਤਾਂ ਕਿ ਇਹਦੇ 'ਚ ਫਿਰ ਹਵਾ ਦਾ ਐਗਜ਼ਾਸਟ ਹੁੰਦਾ, ਫਿਰ ਪਰ ਪੱਟਣ ਲੱਗਿਆ ਆਸਾਨੀ ਪੈਦਾ ਹੁੰਦੀ ਹੈ। ਨੰਬਰ 1। ਨੰਬਰ 2, ਜਦੋਂ ਕਟਾਈ ਕਰੋ ਉਹ ਪੱਟਿਆਂ ਪਰਾਂ ਦੀ ਜੜ ਦੇ ਵਿੱਚ ਕੂਪੈਕਸ ਪਾਊਡਰ ਜਿਹੜਾ ਚਿਚੜੀਆਂ ਨੂੰ ਮਾਰਦਾ, ਜਿਹੜੇ ਕਬੂਤਰਾਂ ਦੇ ਪਰ ਬਾਰੀਕ ਨਿਕਲਦੇ ਆ, ਕਿਉਂ ਨਿਕਲਦੇ ਆ, ਇਹਦੀ ਇੱਕ ਇਹ ਵੀ ਹੋਰ ਵੀ ਕਈ ਵਜੂਹਾਤ ਨੇ। ਇਹ ਵੀ ਵਜੂਹਾਤ ਹੈ ਕਿ ਜਿਸ ਵੇਲੇ ਕਬੂਤਰ ਦਾ ਪਰ ਨਵਾਂ ਤਾਜ਼ਾ ਖੂਨ ਆਲੂ ਨਿਕਲਦਾ ਹੈ, ਉਹ ਉਸ ਜੜ ਦੇ ਵਿੱਚ ਉਹ ਚਿਚੜੀਆਂ ਬੈਠੀਆਂ ਹੁੰਦੀਆਂ ਤੇ ਉਹ ਕਬੂਤਰ ਦਾ ਪਰ ਚੂਸ ਕੇ ਖੂਨ ਚੂਸ ਕੇ ਤੇ ਉਹ ਪਰ ਕਮਜ਼ੋਰ ਨਿਕਲਦਾ, ਫਿਰ ਉਹ ਕਬੂਤਰ ਉੱਡਣ ਦੇ ਕਾਬਿਲ ਨਹੀਂ ਰਹਿੰਦਾ। ਇਸ ਵਾਸਤੇ ਮਿਹਰਬਾਨੀ ਕਰਕੇ ਪਹਿਲਾਂ ਕਟਾਈ ਨਾਲ ਕੂਪੈਕਸ ਪਾਊਡਰ, ਫਿਰ ਜਿਸ ਵੇਲੇ ਪਟਾਈ ਕਰਨੀ ਉਦੋਂ ਵੀ ਕੂਪੈਕਸ ਪਾਊਡਰ ਪਾ ਦਿਓ ਬੇਸ਼ੱਕ। ਇੱਕ ਦੂਸਰੀ ਕਮ ਅਜ਼ ਕਮ ਵੀ ਇਹਨਾਂ ਨੂੰ 3 ਦਿਨ ਜਾਂ 5 ਦਿਨ ਬਰੂਫਨ ਸੀਰਪ ਪਾਉਣਾ ਕਬੂਤਰਾਂ ਨੂੰ ਦਾਣੇ ਤੋਂ ਬਾਅਦ। ਕਿਉਂ ਪਾਉਣਾ ਕਿ ਬਰੂਫਨ ਸੀਰਪ ਇੱਕ ਤਾਂ ਕਬੂਤਰਾਂ ਦੀ ਉਹ ਦਰਦ ਜਿਹੜੀ ਤੁਸੀਂ ਕਮ ਸੇ ਕਮ ਦੇਖੋ ਨਾ, ਜੇ ਇੱਕ ਬੰਦੇ ਦਾ ਵਾਲ ਪੱਟੀ ਨਾ ਜੀ ਤੇ ਤਾਂ ਬੰਦੇ ਨੂੰ ਪਤਾ ਨਾ ਕੀ ਬਣਦੀ ਹੈ, ਤੇ ਤੁਸੀਂ ਤੇ 50 ਪਰ ਪੱਟੀ ਬੈਠੇ ਹੋ। ਇਸ ਵਾਸਤੇ ਕਬੂਤਰਾਂ ਨੂੰ ਤਕਲੀਫ ਜਿਹੜੀ ਆ ਉਹਦੇ ਅਜ਼ਾਲੇ ਵਾਸਤੇ ਬਰੂਫਨ ਸੀਰਪ 3 ਦਿਨ ਜਾਂ 5 ਦਿਨ। ਇੱਕ ਤਾਂ ਉਹਨਾਂ ਸੋਜ਼ਸ਼ ਨਹੀਂ ਹੁੰਦੀ, ਇੱਕ ਉਹਨਾਂ ਦਰਦ ਨਹੀਂ ਹੁੰਦੀ, ਕਬੂਤਰ ਨੂੰ ਅਹਿਸਾਸ ਨਹੀਂ ਹੁੰਦਾ। ਕਬੂਤਰ ਅੱਜ ਕੇ ਦਾਣਾ ਖਾਂਦਾ, ਜੇ ਕਬੂਤਰ ਸਟ੍ਰੈਸ ਲੈ ਗਿਆ ਪਟਾਈ ਦੀ ਕਿਸੇ ਦੇ ਕਬੂਤਰ ਦਾਣਾ ਛੱਡ ਦਿੰਦੇ। ਇਸ ਵਾਸਤੇ ਮਿਹਰਬਾਨੀ ਕਰਕੇ ਕਬੂਤਰਾਂ ਨੂੰ ਉਹ ਮਾਹੌਲ ਦਿਓ ਜਿੰਨਾ ਮਹਿਸੂਸ ਹੀ ਨਾ ਉਹਨੂੰ ਹੋਵੇ ਬਾਅਦ। ਜਿਹੜੀ ਅਗਲੀ ਗੱਲ ਆ ਕਿ ਕਬੂਤਰ ਨੂੰ ਪਟਾਈ ਦੇ ਦੌਰਾਨ ਹਬਸ ਔਰ ਅੰਧੇਰਾ ਦਿਓ। ਪਟਾਈ ਕਰਨ ਤੋਂ ਬਾਅਦ ਕਬੂਤਰ ਨੂੰ ਅੰਧੇਰੇ 'ਚ ਰੱਖੋ ਔਰ ਹਬਸ ਰੱਖੋ, ਤਾਂ ਕਿ ਗਰਮੈਸ਼ ਨਾਲ ਉਹਦੇ तमाम ਅਸਾਬ ਜਿਹਨਾਂ ਨੇ ਪਰ ਦੀ ਪਰਵਰਿਸ਼ ਕਰਨੀ ਆ ਉਹਦੇ 'ਚੋਂ ਪਰ ਸਹੀ ਨਿਕਲੇਗਾ। ਅਗਰ ਕਬੂਤਰ ਨੂੰ ਅੰਧੇਰਾ ਦਾ ਤਾਂ ਫਾਇਦਾ ਹੁੰਦਾ ਨਾ ਕਿ ਅੰਧੇਰੇ 'ਚ ਕਬੂਤਰ ਸਟ੍ਰੈਸ ਨਹੀਂ ਲੈਂਦਾ, ਬਾਹਰ ਚਾਨਣਾ ਕਰੋਗੇ ਲੜੇਗਾ, ਭੜਕੇਗਾ, ਉਧਰ ਜਾਏਗਾ। ਅੰਧੇਰੇ 'ਚ ਕਬੂਤਰ ਸੁੰਨ ਹੋ ਕੇ ਬੈਠਾ ਰਹੇਗਾ, ਕਤਈ ਤੌਰ ਤੇ ਉਹਨੂੰ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਜਿੱਦਾਂ ਬੰਦੇ ਨੂੰ ਹੁੰਦੀ ਹੈ ਤਾਂ ਕਬੂਤਰ ਨੂੰ ਨਹੀਂ ਹੁੰਦੀ। ਇਸ ਵਾਸਤੇ ਅੰਧੇਰਾ ਔਰ ਹਬਸ ਜ਼ਰੂਰੀ ਹੈ, ਜਿੰਨੀ ਦੇਰ ਤੱਕ ਉਂਗਲ ਪਰ ਨਹੀਂ ਹੋ ਜਾਂਦੇ। ਦਾਣਾ ਕਬੂਤਰ ਨੂੰ ਹਰ ਵੇਲੇ ਨਾ ਪਿਆ ਰਵੇ ਕਿ ਦਾਣਾ ਚੁਕਮਾ ਪਾਓ ਤੇ ਪਾਣੀ ਵੀ ਚੁਕਮਾ ਰੱਖੋ। ਦਾਣਾ ਖਿਲਾਓ, ਜਦੋਂ ਦਾਣਾ ਰੱਜ ਕੇ ਖਾ ਲੈਣਾ 2 ਘੰਟੇ ਬਾਅਦ ਪਾਣੀ ਦਾ ਠਾਰ ਭੰਨ ਕੇ ਰੱਖ ਦਿਓ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੁਹਾਡੇ ਕਬੂਤਰਾਂ ਦੇ ਪਰ ਸਹੀ ਆਉਣਗੇ। ਦੌਰਾਨੇ ਪਟਾਈ ਕੋਈ ਕਬੂਤਰ ਨੂੰ, ਕਿਸੇ ਕਬੂਤਰ ਨੂੰ ਐਂਟੀਬਾਇਓਟਿਕ ਦਵਾਈ ਨਹੀਂ ਦੇਣੀ। ਕਿਸੇ ਕਬੂਤਰ ਨੂੰ ਵਿਟਾਮਿਨ ਦੇ ਸਕਦੇ ਹੋ, ਬੀਟਾ ਗੋਲਡ ਸੁਪਰ ਦੇ ਸਕਦੇ ਹੋ, ਕੋਈ ਹੋਰ ਹਾਜ਼ਮੇ ਦਾ ਜਿਹੜਾ ਵਿਟਾਮਿਨ ਨੇ, ਲੈਸਨ ਕੰਪਨੀ ਦਾ ਵਿਟਾਮਿਨ ਬੀ ਤੇ ਬੜੇ ਅੱਛੇ ਹੈ ਉਹ ਸੀਰਪ, ਉਹ ਤੁਸੀਂ ਪਾ ਸਕਦੇ ਹੋ। ਬੀਟਾ ਗੋਲਡ ਸੁਪਰ ਦੀ ਚੁਟਕੀ ਭਰ ਕੇ ਕਮ ਅਜ਼ ਕਮ ਪਾਉਣਾ। ਇਹ ਨਹੀਂ ਕਿ ਜਿੰਨਾ ਬਹੁਤਾ ਪਾਓਗੇ ਕਬੂਤਰ ਤਗੜਾ ਹੋ ਜਾਏਗਾ। ਇਹ ਵਿਟਾਮਿਨ ਜਿਹੜੇ ਹੁੰਦੇ ਜਿੰਨੇ ਥੋੜੇ ਪਾਓਗੇ ਪਾਣੀ 'ਚ ਉਹਨੇ ਕਬੂਤਰ ਨੂੰ ਫਾਇਦੇਮੰਦ ਸਾਬਤ ਹੋਣਗੇ। ਬਾਕੀ ਕੋਈ ਐਂਟੀਬਾਇਓਟਿਕ ਦਵਾਈ, ਕੋਈ ਬੁਖਾਰ ਦੀ ਦਵਾਈ, ਇਹ ਚੀਜ਼ਾਂ ਨਹੀਂ ਕਰਨੀਆਂ। ਅਗਰ ਦੇਣਾ ਮਕਸੂਦ ਹੋਵੇ ਤਾਂ ਬਰੂਫਨ ਤੋਂ ਬਿਹਤਰ ਕੋਈ ਚੀਜ਼ ਨਹੀਂ, ਇਹ ਸਾਈਡ ਇਫੈਕਟ ਕੋਈ ਨਹੀਂ ਹੈ। ਇਸ ਵਾਸਤੇ ਮੈਂ ਅੱਜ ਇਹ ਸਮਝਾਂਗਾ ਕਿ ਪਟਾਈ ਬਹੁਤ ਪਹਿਲਾ ਮਰਹਲਾ ਹੈ। ਇਸ ਮਰਹਲੇ 'ਚ ਬੰਦਾ ਪਾਸ ਹੋ ਗਿਆ ਤਾਂ ਫਿਰ ਅਗਲਾ ਮਰਹਲਾ ਤੇ ਬਾਅਦ 'ਚ ਤਾਂ ਹੀ ਆਏਗਾ ਨਾ ਜੇ ਪਟਾਈ ਸਹੀ ਹੋਏਗੀ। ਤੇ ਜੇ ਪੱਲੇ ਕੋਈ ਸ਼ੈ ਨਾ ਰਹੀ ਤਾਂ ਫਿਰ ਤੁਸੀਂ ਕਰਨਾ ਕਿਸੇ ਦਾ ਕੀ ਹੈ। ਇਸ ਵਾਸਤੇ ਪਟਾਈ ਦੇ ਵਿੱਚ ਪਟਾਈ ਤੋਂ ਪਹਿਲਾਂ ਕਬੂਤਰਾਂ ਦੀ ਕਟਾਈ ਕਰੋ, ਕੱਟੋ ਕੈਂਚੀ ਨਾਲ। ਕੈਂਚੀ ਕੱਟਣ ਲੱਗਿਆ ਕਬੂਤਰਾਂ ਦੇ ਕੂਪੈਕਸ ਪਾਓ ਜੜ੍ਹਾਂ 'ਚ, ਪਟਾਈ ਕਰਨ ਲੱਗਿਆ ਵੀ ਕੂਪੈਕਸ ਪਾਓ। ਫਿਰ ਪੱਟਣ ਤੋਂ ਬਾਅਦ ਕਬੂਤਰਾਂ ਨੂੰ ਅੰਦਰ ਛੱਡੋ,
ਉੱਥੇ ਛੱਡੋ ਜਿੱਥੇ ਅੰਧੇਰਾ ਹੋਵੇ, ਰੁਸ਼ਨਾਈ ਨਾ ਕਰੋ, ਦਾਣਾ ਪਾਉਣ ਲੱਗੇ ਰੁਸ਼ਨਾਈ ਕਰ ਲਓ। ਫਿਰ ਉੱਥੇ ਹਵਸ ਹੋਵੇ, ਹੀਟ ਹੋਵੇ, ਹੀਟ, ਠੰਡ ਨਾ ਲੱਗੇ, ਠੰਡ ਲੱਗੇਗੀ ਤੇ ਕਮਜ਼ੋਰ ਕਬੂਤਰ ਦਾਣਾ ਰੱਜ ਕੇ ਕਬੂਤਰ ਹਵਸ ਨਾਲ ਹੀ ਖਾਂਦਾ ਰਹੇ। ਕਦੇ ਵੀ ਕਬੂਤਰ ਠੰਡਾ ਤੇ ਬਾਹਰ ਰੱਖ ਦਿਓ ਤੇ ਜਿਹੜੇ ਦਾਣੇ ਨਹੀਂ ਕਬੂਤਰ ਖਾਂਦੇ ਸਹੀ, ਤੇ ਬਾਹਰ ਨਿਕਲ ਕੇ ਦਾਣਾ ਨਾ ਇਹਨਾਂ ਨੂੰ ਪਾਓ ਤੇ ਨਾ ਇਹਨਾਂ ਨੂੰ ਨਹਾਉਣ ਦੀ ਲੋੜ। ਨਵਾਈ ਦੇ ਕਬੂਤਰ ਉਦੋਂ ਜਦੋਂ ਚੱਪਾ ਪਾਰ ਆ ਜਾਣ। ਸਹੀ ਬਾਤ। ਹਾਂ, ਜੇ ਤੁਸੀਂ ਆਖੋ ਨਾ ਵੀ ਇਦਾਂ ਹਰ ਵੇਲੇ ਨਵਾਈ ਰੱਖੋ ਤੇ ਫਿਰ ਵੀ ਕਬੂਤਰ ਕਿਸਲੇ ਪਰ ਬਿਲਕੁਲ ਕਮਜ਼ੋਰ ਹੁੰਦੇ, ਛੋਟੇ ਛੋਟੇ ਹੁੰਦੇ, ਬਰੀਕ ਗੁੱਲੇ ਕੱਚੇ ਹੁੰਦੇ ਆ ਤੇ ਉਹ ਪਟਾਈ ਨਾਲ ਛੜਕਦਾ, ਜਿੱਥੇ ਛਣ ਮਾਰਦਾ ਉਸ ਵੇਲੇ ਵੀ ਨੁਕਸਾਨ ਦਾ ਬਾਇਸ ਬਣ ਜਾਂਦੇ। ਇਸ ਵਾਸਤੇ ਮੈਂ ਗੁਜ਼ਾਰਿਸ਼ ਕਰਾਂਗਾ, ਜਿੰਨੀ ਮੇਰੀ ਆਪਣੀ ਅਕਲ ਸਮਝ ਆ ਮੈਂ ਤੁਹਾਨੂੰ ਵਜ਼ਾਹਤ ਕਰ ਦਿੱਤੀ ਹੈ, ਤੇ ਬਾਕੀ ਕਿ ਤੁਹਾਡੇ ਨਸੀਬ ਆ। ਕੋਈ ਹੋਰ ਗੱਲ ਹੈ ਇਹਦੇ ਬਾਰੇ ਤੇ ਪੁੱਛੋ। ਉਸਤਾਦ ਜੀ, ਜਿਹੜੇ ਕਬੂਤਰ ਬੱਚੇ ਜਿਹੜੇ 3-3 4-4 ਕਲੀ ਦੇ ਹੋ ਗਏ ਹੁੰਦੇ ਆ ਤੇ ਅੱਗੇ 4-4 5-5 ਕਲੀਆਂ ਪਈਆਂ ਹੁੰਦੀਆਂ, ਉਹਨਾਂ ਨੂੰ ਕਿਸ ਤਰੀਕੇ ਨਾਲ ਪੜਨਾ ਚਾਹੀਦਾ? ਦੇਖੋ ਜੀ, ਮੈਂ ਤੁਹਾਨੂੰ ਅੱਜ ਬੜੀ ਪਤਾ ਦੀ ਗੱਲ ਦੱਸਣ ਲੱਗਾ। ਕਦੇ ਕਿਸੇ ਕਬੂਤਰ ਦਾ ਜਿਹੜਾ ਹੈ ਨਾ ਜੀ, ਉੱਤੇ ਸ਼ੇਡ ਜਿਹਨੂੰ ਆਪਾਂ ਪਰੀ ਕਹਿ ਦਿੰਦੇ, ਉਤਲੇ ਜਿਹੜੇ ਉਤਲੇ ਪਰ ਸੇਫਟੀ ਦੇ ਪਰ ਹੁੰਦੇ, ਵੱਡੇ ਬਾਰੀਕ ਪਰ, ਇਹ ਬਹੁਤ ਮਜ਼ਬੂਤ ਹੁੰਦੇ। ਇਹਨਾਂ ਦੀ ਜੜ ਇੰਨੀ ਮਜ਼ਬੂਤ ਹੁੰਦੀ ਹੈ। ਸਿਰਫ ਜਿਹੜੇ ਬੱਚੇ 5-5 4-4 ਕਲੀ ਦੇ ਤੁਸੀਂ ਬਾਹਰਲੇ ਪਰ ਪੱਟੋਗੇ, 4-4 5-5, ਉਹਨਾਂ ਦੇ ਤੁਸੀਂ ਉਹ ਜਿਹੜੇ ਆਪਣਾ ਉੱਤੇ ਗੱਤੇ ਆ, ਉਹ ਤੁਸੀਂ ਉਹਨਾਂ ਦੇ ਉਹ ਪੱਟੋ। ਜਿਹੜੇ ਗੱਤੇ ਉਹਨੇ ਆਪੇ ਝਾੜ ਲੈਣੇ, ਉਹ ਪੱਟਣ ਦੀ ਲੋੜ ਨਹੀਂ। ਜਿਹੜੇ ਛੋਟੇ ਪਰ ਨੇ ਪਿਛਲੇ 10 ਪਰਾਂ ਤੋਂ ਪਿੱਛੇ, ਉਹ ਤੁਸੀਂ ਪੱਟੋਗੇ ਕਿ ਉਹ ਬੱਚਾ ਕਲੀਆਂ ਦਾ 5-5 ਕਲੀ ਦਾ ਹੋ ਗਿਆ। 5-5 ਕਲੀ ਦਾ ਬੱਚਾ ਜਿਹੜਾ ਹੁੰਦਾ ਨਾ, ਕੁਰੀਜ਼ ਖਾਦੀ ਹੋਵੇ ਤੇ ਕਬੂਤਰਾਂ ਨਾਲ ਨਿਬੜ ਸਕਦਾ ਉਹ। ਸਹੀ ਬਾਤ ਹੈ। ਇਹ ਕੋਈ ਨਾ ਕਰਨਾ ਵੀ ਬੱਚਾ ਹੈ 5-5 ਕਲੀ ਦਾ ਬੱਚੇ ਦੇ ਬਾਕੀ 5-5 ਪਰ ਪੱਟੋ, ਉਤਲੇ 5-5 ਗੱਤੇ ਪੱਟੋ ਤੇ ਬਗਲਾਂ ਪੱਟੋ। ਦੁਮ ਅਗਰ ਉਹਨੇ ਕੱਢ ਲਈ ਹੈ ਠੀਕ ਹੈ, ਨਹੀਂ ਤਾਂ ਦੁਮ ਵੀ ਪੱਟੋ। ਇਹ ਬੱਚੇ ਦੀ ਪਟਾਈ ਦਾ ਇਹ ਹੈ ਅਮਲ। ਤੇ ਬਾਕੀ ਜਿਹੜੇ ਕਬੂਤਰ ਦੂਸਰੇ ਬੜੇ ਨੇ, ਇਹਨਾਂ ਦਾ ਕਿਸੇ ਦਾ ਗੱਤਾ ਨਾ ਪੱਟਣਾ ਕਦੀ ਵੀ। ਤੇ ਜਿਹੜੇ ਬੰਦੇ ਪਲਾਸਾਂ ਨਾਲ ਖਿੱਚਦੇ ਆ ਉਸਤਾਦ ਜੀ, ਜਿਹੜੇ ਪਲਾਸਾਂ ਨਾਲ ਖਿੱਚਦੇ ਨੇ ਜੀ, ਉਹ ਫਿਰ ਪਰ ਮੁਰੁੰਡ ਚੁਰੁੰਡ ਸਮਝਦਾ ਪੰਜਾਬੀ ਚ, ਮੁਰੁੰਡ ਚੁਰੁੰਡ ਤੋਂ ਮਾਰ ਕੇ ਉਹਨਾਂ ਦੀ ਸ਼ੇਪ ਵੀ ਬਦਲ ਜਾਂਦੀ ਹੈ। ਸਹੀ। ਉਹਨਾਂ ਪਰਾਂ ਦੀ ਝਟਕੇ ਨਾਲ ਪਰ ਖਿੱਚਣਾ ਤਾਂ ਇਹਦਾ ਮੁਹੱਬਤ ਵਾਲਾ। ਤੁਸੀਂ ਆਪਣਾ ਪਰ ਅਗਰ ਪੱਟੋ, ਸਹੀ, ਆਪਣਾ ਤੁਸੀਂ ਅਗਰ ਵਾਲ ਪਟੋਗੇ ਤੇ ਤੁਸੀਂ ਬਹੁਤ ਤਰੀਕੇ ਨਾਲ ਕਈ ਕੁਝ ਸੈਪਰੇਟ ਰੱਖੋਗੇ, ਨੁਕਸਾਨ ਨਾ ਹੋ ਜਾਏ। ਤੇ ਪਰਿੰਦਾ ਬੇਜ਼ਬਾਨ ਆ, ਤੁਸੀਂ ਇਹਦੇ ਕਫੀਲ ਹੋ, ਤੁਸੀਂ ਇਹਦਾ ਖਿਆਲ, ਤੁਹਾਡੀ ਜ਼ਿੰਮੇਵਾਰੀ ਆ ਕਿ ਤੁਸੀਂ ਪਟਾਈ ਦੇ ਅਗਰ ਕੁਤਾਈ ਕਰੋਗੇ ਤਾਂ ਨੁਕਸਾਨ ਉਠਾਓਗੇ। ਉਸਤਾਦ ਹੋਣਿਆਂ ਦਾ ਬਹੁਤ ਅੱਛਾ ਪੈਗਾਮ ਆ ਜੀ। ਜਿਹੜੇ ਅੱਗੇ ਅਗਲਾ ਮਹੀਨਾ ਆ ਰਿਹਾ, ਪਟਾਈ ਦਾ ਆ ਰਿਹਾ, ਤੇ ਉਸਤਾਦ ਜੀ ਕਿਹੜੇ ਮਹੀਨੇ 'ਚ ਕਿਹੜੀ ਤਰੀਕ ਤੱਕ ਕਬੂਤਰ ਪਟਨੇ ਚਾਹੀਦੇ? ਦੇਖੋ ਜੀ, ਹੁਣ ਜਿਹੜਾ ਮੌਸਮ ਦਾ ਤਕਾਜ਼ਾ ਹੈ ਨਾ ਜੀ, ਹੁਣ ਸਰਦੀ ਲੇਟ ਜਾ ਰਹੀ ਆ ਔਰ ਗਰਮੀ ਵੀ ਲੇਟ ਜਾ ਰਹੀ ਹੈ। ਯਾਨੀ ਹੁਣ ਤੁਸੀਂ ਅੱਗੇ ਆਪਾਂ ਫਰਵਰੀ 'ਚ ਕਬੂਤਰਾਂ ਨੂੰ ਹਮੇਸ਼ਾ 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਪਟ ਦਿੰਦੇ ਸੀ। ਹੁਣ ਤੁਸੀਂ ਮਾਰਚ ਤੱਕ ਵੀ ਕਬੂਤਰਾਂ ਨੂੰ ਪਟ ਸਕਦੇ ਹੋ, ਪਹਿਲੀ ਮਾਰਚ ਤੱਕ ਵੀ ਪਟ ਸਕਦੇ, ਕਿਉਂਕਿ ਗਰਮੀ ਲੇਟ ਆਉਂਦੀ ਹੈ। ਸਹੀ। ਇਸ ਵਾਸਤੇ ਨਾ ਜੀ ਕਿ ਕਬੂਤਰਾਂ ਨੂੰ ਸਰਦੀ ਤੋਂ ਬਚਾ ਕੇ ਰੱਖੋ। ਸਰਦੀ ਜਿਹੜੀ ਨਾ ਜੀ, ਜਿਸ ਬੰਦੇ ਨੇ ਸਰਦੀ 'ਚ ਆਪਣੇ ਕਬੂਤਰਾਂ ਦੀ ਖਿਦਮਤ ਕਰ ਲਈ, ਉਹਨੇ ਗਰਮੀ ਦੇ ਵਿੱਚ ਉਹਨਾਂ ਕਬੂਤਰਾਂ ਨੇ ਜ਼ਰੂਰ ਮਜ਼ਾ ਚਖਾਏਗਾ। ਤੇ ਜਿਹਨੇ ਸਰਦੀ 'ਚ ਕੁਛ ਨਾ ਕੀਤਾ, ਦੇਖਿਆ ਨਾ ਜੀ, ਮੈਂ ਤਾਂ ਸਵੇਰੇ ਪਾਣੀ ਪਾਉਂਦਾ ਤੇ ਦਾਣਾ ਪਾਉਂਦਾ, ਮੈਂ ਤਾਂ ਕਦੇ ਦੇਖਿਆ ਨਹੀਂ। ਤੇ ਜਦੋਂ ਇਹਨਾਂ ਦੀ ਬਿਮਾਰੀ ਆਉਂਦੀ ਨਾ ਜੀ, ਫਿਰ ਲੈਣਾ ਲੱਗ ਜਾਂਦੀ ਹੈ। ਇਸ ਵਾਸਤੇ ਇਹਨਾਂ ਪਰਿੰਦਿਆਂ ਨੂੰ ਅਗਰ ਰੱਖਿਆ ਨਾ, ਇਹਨਾਂ ਦੀ ਹਿਫਾਜ਼ਤ ਸਾਡੀ ਜ਼ਿੰਮੇਵਾਰੀ ਹੈ। ਤੇ ਬਾਕੀ ਐਂਟੀਬਾਇਓਟਿਕ ਦਵਾਈ ਨਹੀਂ ਦੇਣੀ ਪਟਾਈ ਦੌਰਾਨ। ਬਾਕੀ ਬਰੂਫਨ ਦੇ ਲਓ, ਸੌਂਫ, ਜਵੈਣ ਤੇ ਗੁੜ, ਇਹਦਾ ਕਾੜਾ ਦੇ ਲਓ, ਲਾਲ ਮਿਰਚਾਂ ਬੋਇਲ ਕਰਕੇ ਦੇ ਲਓ। ਇਹ ਚੀਜ਼ਾਂ ਤੁਸੀਂ, ਅਦਰਕ ਥੋਮ ਦੇ ਲਓ, ਇਹ ਚੀਜ਼ਾਂ ਕੋਈ ਵੀ ਦੇ ਸਕਦੇ ਹੋ, ਲੇਕਿਨ ਐਂਟੀਬਾਇਓਟਿਕ ਦਵਾਈ ਕੋਈ ਨਹੀਂ। ਤੇ ਉਸਤਾਦ ਜੀ, ਜਿਹੜੇ ਕਬੂਤਰ ਆਪਣੇ ਆਪ ਦੂਸਰੇ ਮਹੀਨੇ ਦੇ ਐਂਡ ਤੇ ਜਾ ਕੇ ਪੱਲੀ ਸਾਫ਼ ਹੋ ਜਾਂਦੇ ਆ, ਉਹਨਾਂ ਦੇ ਮੁਤਲਕ ਪਟਾਈ ਦਾ ਕੀ? ਦੇਖੋ ਜੀ, ਪਹਿਲੇ ਜ਼ਮਾਨੇ ਦੇ ਵਿੱਚ ਕਬੂਤਰ ਜਿਹੜੇ ਆਪਣੇ ਆਪ ਪੱਲੀ ਸਾਫ਼ ਹੁੰਦੇ ਸੀ ਨਾ ਜੀ, ਉਹੋ ਹੀ ਕਬੂਤਰ ਹੋ ਗਏ ਸੀ। ਨਾ ਉਹ ਜਾਂਦੇ ਸੀ, ਨਾ ਉਹ ਕਿਤੇ। ਇਹ ਜਿਹੜੇ ਕਬੂਤਰ ਦੌੜਦੇ ਆ ਨਾ ਜੀ, ਜਦੋਂ 100 ਪਰ ਤੁਸੀਂ ਪੱਟ ਕੇ, ਉਹ ਖੂਨ ਤੋਂ ਹੋਈ ਨਾ, ਇੱਕ ਬੰਦੇ ਦੀ ਲੱਤ ਟੁੱਟ ਜਾਂਦੀ ਹੈ ਇੱਕ ਜਗ੍ਹਾ ਤੋਂ, ਤੇ ਉਸੇ ਖੂਨ ਨੇ ਉਹਨੂੰ ਜੋੜਨਾ ਨਾ ਜੀ। ਤੇ ਜੇ 4 ਜਗ੍ਹਾ ਤੋਂ ਟੁੱਟ ਜਾਏ ਤਾਂ ਖੂਨ ਉਸ ਹੋਈ ਹੈ। ਇੱਕ ਪਰਿੰਦੇ ਨੂੰ ਤੁਸੀਂ ਇੱਕ ਇਕੱਲਾ ਪਰ ਚਾੜ ਕੇ ਉਹ ਲਿਆਉਣਾ, ਉਹ ਮਜ਼ਬੂਤ ਪਰ, ਉਸੇ ਪਰਿੰਦੇ ਦੇ ਤੁਸੀਂ ਸਾਰੇ ਪਰ 12 10 ਇਧਰੋਂ 10 ਇਧਰੋਂ 20 ਦੁਮ ਪਾ ਕੇ, ਬਗਲਾਂ ਪਾ ਕੇ, ਪਰੀਆਂ ਪਾ ਕੇ, ਤੇ 70-80 ਪਰ ਬਣ ਜਾਂਦੇ। ਤੇ ਖੂਨ ਤਾਂ ਉਹਦੇ ਅੰਦਰ ਉਹੀ ਹੈ ਨਾ ਜੀ, ਉਹੀ ਖੂਨ ਸਪਲਾਈ ਹੋ ਕੇ ਉੱਪਰਾਂ ਨੂੰ ਉਹਨੇ ਨਸ਼ੋ ਨਮਾ ਕਰਨੀ ਹੈ। ਇਸ ਵਾਸਤੇ ਮਿਹਰਬਾਨੀ ਕਰਕੇ ਕਬੂਤਰਾਂ ਨੂੰ ਜਿਹੜੀ ਹੈ ਨਾ, ਆਪਣੇ ਆਪ ਕਬੂਤਰ ਸਰਪਰ ਹੋਏ ਨੇ ਜਨਵਰੀ, ਫਰਵਰੀ, ਦਸੰਬਰ ਦੇ ਅਖੀਰ ਤੱਕ, ਉਹਨਾਂ ਨੂੰ ਕਬੂਤਰ ਨੂੰ ਬਗਲਾਂ ਜਿਹੜੀਆਂ ਹੈ ਨਾ ਜੀ, ਉਹਨਾਂ ਦੀਆਂ ਜਿਹੜਾ ਛੋਟੀਆਂ ਪਰੀਆਂ, ਇਹ ਤਾਂ ਬੇਸ਼ੱਕ ਜੇ ਖਰਾਬ ਹੋ ਤਾਂ ਪੱਟ ਲਓ, ਦੁਮ ਖਰਾਬ ਹੋ ਪੱਟ ਲਓ। ਅਦਰਵਾਈਜ਼ ਜਿਹੜਾ ਕਬੂਤਰ ਦਾ ਖੁਦ ਪਰ ਕੱਢਿਆ ਇਹ ਲੋਹੇ ਦਾ ਪਰ, ਜਿਹੜਾ ਪਰ ਤੁਸੀਂ ਮਸਨੂਈ ਤਰੀਕੇ ਨਾਲ ਲਿਆ, ਲੋਹੇ ਦਾ ਨਹੀਂ ਹੁੰਦਾ। ਇਹਦੇ ਚ ਕਬੂਤਰ ਜਦੋਂ ਉੱਪਰ ਜਾਂਦੇ ਨਾ ਕੱਚੇ ਪਰਾਂ ਨਾਲ, ਉਧਰ ਕਬੂਤਰ ਫਿਰ ਉੱਤੇ ਜਾ ਕੇ ਕਬੂਤਰ ਕੱਟਦੇ ਨੇ, ਤੁਰਦੇ ਨੇ, ਨੱਸਦੇ ਨੇ, ਤੇ ਬੰਦੇ ਕਹਿੰਦੇ ਯਾ ਪਤਾ ਨਹੀਂ ਕੀ ਹੋ ਗਿਆ।
ਪੱਕੇ ਪਰ ਹੋਣ ਤੋਂ ਬਾਅਦ ਕਬੂਤਰਾਂ ਦੀ ਵਰੀ ਸ਼ੁਰੂ ਕਰਨੀ ਚਾਹੀਦੀ ਹੈ। ਇਹ ਅਮਲ ਹੈ 50 ਦਿਨ ਦਾ, 40 ਦਿਨ ਦਾ ਨਹੀਂ। 40 ਦਿਨ 'ਚ ਕਬੂਤਰ ਸਰ ਹੁੰਦਾ ਤੇ 50 ਦਿਨ 'ਚ ਕਬੂਤਰ ਦੇ ਪਰ ਪੱਕ ਜਾਂਦੇ, ਖੂਨ ਕੱਚਾ ਨਹੀਂ ਰਹਿੰਦਾ। ਇਸ ਵਾਸਤੇ ਇਹ ਵੀ ਸੁਣ ਲਓ ਕਿ 40 ਦਿਨ 'ਚ ਕਬੂਤਰ ਸਰ ਹੁੰਦਾ ਵੱਡੇ ਪਰ, ਤੇ 50 ਦਿਨ 'ਚ ਕਬੂਤਰ ਪੱਕਦਾ। 50 ਦਿਨ ਤੱਕ ਉਹਨੂੰ ਮੁਕੰਮਲ ਤੌਰ ਤੇ ਕਬੂਤਰ ਨੂੰ ਖੁੱਡਿਆਂ ਦੀ ਧੁੱਪ ਛੁੱਟ ਬੇਸ਼ੱਕ ਦੇ ਸਕਦੇ ਹੋ, ਲੇਕਿਨ ਪ੍ਰਵਾਸ ਨਾ ਕਰੋ। ਬਹੁਤ ਅੱਛੀਆਂ ਗੱਲਾਂ ਉਸਤਾਦ ਨੇ ਦਸੀਆਂ ਜੀ, ਔਰ ਤਜਰਬੇ ਦੀ ਬਣਾ ਤੇ ਦਸੀਆਂ, ਔਰ तमाम ਦੋਸਤਾਂ ਨੂੰ ਇਸ ਵੀਡੀਓ ਤੋਂ ਇਨਸ਼ਾਅੱਲਾ ਤਾਲਾ ਅੱਛੇ ਤੋਂ ਅੱਛੇ ਮਸ਼ਵਰੇ ਜਿਹੜੇ ਦਿੱਤੇ ਗਏ ਆ ਇਹ ਮੁਸਤਫੀਦ ਹੋਣਗੇ ਇਨਸ਼ਾਅੱਲਾ ਤਾਲਾ। ਉਸਤਾਦ ਦੀ ਜਿਹੜੀ ਗੱਲ ਹੁੰਦੀ ਆ ਇਹ ਇਵੇਂ ਆ ਕਿ ਜਿਵੇਂ ਮੋਹਰ ਲਾ ਦਈਦੀ ਆ ਕੋਈ ਕਿਸੇ ਵੀ ਕੰਮ ਤੇ, ਜਾਂ ਕਿਸੇ ਵੀ ਮੌਲਵੀ ਮੋਹਰ ਲਾ ਕੇ ਦਿੰਦਾ ਨਾ ਜੀ। ਇਹਨਾਂ ਨੇ ਤਜਰਬੇ ਕੀਤੇ ਆ, ਤਜਰਬੇ ਕਰਕੇ ਟਾਈਮ ਦੇਖਿਆ ਵੀ ਕਿੰਨੇ ਟਾਈਮ 'ਚ ਕਬੂਤਰ ਪੱਲੀ ਸਾਫ਼ ਹੁੰਦਾ, ਕਿੰਨੇ ਟਾਈਮ 'ਚ ਇਹਨੂੰ ਉਡਾਉਣਾ ਚਾਹੀਦਾ, ਕਿਹੜਾ ਕਬੂਤਰ ਨੂੰ ਕਿਸ ਵਕਤ ਪੜਨਾ ਚਾਹੀਦਾ। ਤੇ ਇਸ तमाम ਚੀਜ਼ਾਂ ਅਸੀਂ ਉਸਤਾਦ ਆਜ਼ਾਦ ਸਾਹਿਬ ਜੀ ਦੇਖੋ ਜੀ, ਦੇਖੋ ਤੁਸੀਂ ਇੱਕ ਕਬੂਤਰ ਤੁਸੀਂ ਪੱਟ ਕੇ ਸਰ ਕੀਤਾ, ਦੂਜਾ ਆਪਣੇ ਆਪ ਸਰ ਹੋਇਆ। ਜਿਹੜਾ ਕਬੂਤਰ ਤੁਸੀਂ ਆਪਣੇ ਆਪ ਸਰ ਹੋਇਆ ਨਾ ਜੀ, ਉਹਦੀਆਂ ਪਰਵਾਜ਼ਾਂ ਪੱਟੇ ਨਾਲ ਦੀ ਸਮਤ ਹੋਰ ਹੋਊਗਾ, ਉਹ ਜਾਣ ਦੀ ਰੇਸ਼ੋ ਘੱਟ ਹੋਏਗੀ, ਉਹ ਉੜੇਗਾ ਮੂੰਹ ਪੂਰਾ, ਉਹ ਜਲਦੀ ਪੂਰਾ ਹੋਏਗਾ। ਉਹਦੇ ਵਿੱਚ ਖੂਨ ਜਿਹੜਾ ਹੈ, ਜਿਹੜਾ ਤੁਸੀਂ ਕੱਢ ਲਿਆ ਪਟਾਈ ਦੇ ਵਿੱਚ, ਉਹ ਉਹਦੇ 'ਚ ਮੌਜੂਦ ਹੁੰਦਾ, ਉਹ ਪਾਵਰ, ਉਹਦੇ એનર્ਜੀ ਉਹਦੇ ਕੋਲ। ਇਹ ਫਰਕ ਹੈ ਤੇ ਗੱਲ 'ਚ। ਚਲੋ ਜੀ, ਮਾਸ਼ਾਅੱਲਾ ਜੀ, ਉਸਤਾਦ ਆਜ਼ਾਦ ਸਾਹਿਬ ਦੀ ਜ਼ਬਾਨੀ ਬਹੁਤ ਅੱਛੀਆਂ ਗੱਲਾਂ ਮਾਲੂਮਾਤੀ ਪ੍ਰੋਗਰਾਮ 'ਚ ਮਿਲੀਆਂ ਜੀ। ਉਸਤਾਦ ਖਾਲਿਦ ਮਹਿਮੂਦ ਪੀਕੇ ਦੇ ਚੈਨਲ ਨੂੰ ਲਾਜ਼ਮੀ ਦੇਖਿਆ ਕਰੋ, ਔਰ ਅੱਗੇ ਵੀ ਸ਼ੇਅਰ ਕਰਿਆ ਕਰੋ।